Topic: mechanism of muscle contraction. Mechanism of muscle contraction is best explained by the sliding filament theory, which states that ये जो sliding filament theory आ की कहती है contraction of muscle fiber, ਮਸਲ ਫਾਈਬਰ ਦੀ ਜੋ ਕੰਟਰੈਕਸ਼ਨ ਆ ਟੇਕਸ ਪਲੇਸ ਬਾਏ ਦਾ ਕਿੱਦਾਂ ਹੁੰਦੀ ਆ ਸਲਾਈਡਿੰਗ ਆਫ ਥਿਨ ਫਿਲਾਮੈਂਟ ਓਵਰ ਕਿਹਦੇ ਥਿਕ ਫਿਲਾਮੈਂਟ ਮੀਨਸ ਜਿੱਦਾਂ ਡਾਇਗਰਾਮ ਆ ਥਿਨ ਫਿਲਾਮੈਂਟ ਓਵਰ ਥਿਕ ਫਿਲਾਮੈਂਟ ਆ ਇਹਦੇ ਉੱਪਰ ਸਲਾਈਡ ਕਰਦੀ ਆ ਓਕੇ ਮਸਲ ਕੰਟਰੈਕਸ਼ਨ ਇਜ਼ ਇਨੀਸ਼ੀਏਟਡ ਬਾਏ ਅ ਸਿਗਨਲ ਸੈਂਟ ਬਾਏ ਦਾ ਨਰਵਸ ਸਿਸਟਮ ਜੋ ਮਸਲ ਜਦੋਂ ਮਸਲ ਕੰਟਰੈਕਸ਼ਨ ਹੋਣਾ ਆ ਉਹ ਸਟਾਰਟ ਕਿਵੇਂ ਹੁੰਦਾ ਆ ਸਿਗਨਲ ਆਉਂਦਾ ਕਿੱਥੋਂ ਆਉਂਦਾ ਆ ਸੈਂਟਰ ਨਰਵਸ ਸਿਸਟਮ ਤੋਂ ਇਹ ਸਿਗਨਲ ਲੈ ਕੇ ਕੌਣ ਆਉਂਦਾ ਮੋਟਰ ਨਿਊਰੋਨ ਆ ਮੋਟਰ ਨਿਊਰੋਨ ਅਲੋਂਗ ਵਿਦ ਮਸਲ ਫਾਈਬਰ ਇਜ਼ ਮਸਲ ਫਾਈਬਰ ਕਨੈਕਟਡ ਟੂ ਇਟ ਕੰਸਟੀਟਿਊਟ ਆ ਮੋਟਰ ਯੂਨਿਟ ਮਤਲਬ ਕੀ ਆ ਮੋਟਰ ਨਿਊਰੋਨ ਪਲੱਸ ਮਸਲ ਫਾਈਬਰ ਇਹ ਦੋਨੇ ਮਿਲ ਕੇ ਕੀ ਬਣਾਉਂਦੇ ਨੇ ਇੱਕ ਮੋਟਰ ਯੂਨਿਟ ਬਣਾਤਾ ਦਾ ਜੰਕਸ਼ਨ ਬਿਟਵੀਨ ਦਾ ਮੋਟਰ ਨਿਊਰੋਨ ਜੰਕਸ਼ਨ ਕੀ ਆ ਇੱਕ ਕਾਮਨ ਪੁਆਇੰਟ ਆ ਕਿਹਦੇ ਵਿਚਕਾਰ ਮੋਟਰ ਨਿਊਰੋਨ ਐਂਡ ਸਾਰਕੋਲੀਮਾ ਆਫ ਦਾ ਮਸਲ ਫਾਈਬਰ ਇਜ਼ ਕਾਲਡ ਇਹਨੂੰ ਕੀ ਕਹਿੰਦੇ ਨੇ ਨਿਊਰੋਮਸਕੂਲਰ ਜੰਕਸ਼ਨ ਇਹਦਾ ਮਤਲਬ ਕੀ ਔਰ ਐਂਡ ਮੋਟਰ ਐਂਡ ਪਲੇਟ ਮੀਨਸ ਕਾਮਨ ਪੁਆਇੰਟ ਕਿਹਦੇ ਵਿਚਕਾਰ ਮੋਟਰ ਨਿਊਰੋਨ ਐਂਡ ਸਾਰਕੋਲੀਮਾ ਕੀ ਆ ਕਵਰਿੰਗ ਆ ਕਿਹਦੀ ਕਵਰਿੰਗ ਆ ਮਸਲ ਫਾਈਬਰ ਦੀ ਉਸ ਕਾਮਨ ਪੁਆਇੰਟ ਨੂੰ ਕੀ ਕਿਹਾ ਗਿਆ ਨਿਊਰੋਮਸਕੂਲਰ ਜੰਕਸ਼ਨ ਕਿਹਾ ਗਿਆ ਔਰ ਮੋਟਰ ਐਂਡ ਪਲੇਟ ਕਿਹਾ ਗਿਆ A neural signal reaching this junction release a neurotransmitter neural signal ਜਿਹੜਾ ਸੈਂਟਰ ਨਰਵਸ ਸਿਸਟਮ ਤੋਂ ਆ ਰਿਹਾ ਉਹ ਜਦੋਂ ਇਸ ਜੰਕਸ਼ਨ ਦੇ ਉੱਤੇ ਕਾਮਨ ਪੁਆਇੰਟ ਦੇ ਉੱਤੇ ਪਹੁੰਚਦਾ ਆ ਨਿਊਰੋਮਸਕੂਲਰ ਜੰਕਸ਼ਨ ਦੇ ਉੱਤੇ ਪਹੁੰਚਦਾ ਜਾਂ ਆਪਾਂ ਕਹਿ ਦਈਏ ਮੋਟਰ ਐਂਡ ਪਲੇਟ ਦੇ ਉੱਤੇ ਪਹੁੰਚਦਾ ਆ ਇਹ ਇੱਕ ਕੈਮੀਕਲ ਰਿਲੀਜ਼ ਕਰਦਾ ਜਿਹਨੂੰ ਕਹਿੰਦੇ ਨੇ ਨਿਊਰੋਟ੍ਰਾਂਸਮੀਟਰ ਠੀਕ ਹੈ ਜੀ ਇਹ ਨਿਊਰੋਟ੍ਰਾਂਸਮੀਟਰ ਹੁੰਦਾ ਕਿਹੜਾ ਆ ਐਸੀਟਾਈਲ ਕੋਲਾਈਨ ਰਿਲੀਜ਼ ਕਰਦਾ ਇਹਨੇ ਫਿਰ ਕੀ ਕਰਨਾ ਨਿਊਰੋਟ੍ਰਾਂਸਮੀਟਰ ਨੇ ਵਿਚ ਜਨਰੇਟਸ ਐਨ ਐਕਸ਼ਨ ਪੋਟੈਂਸ਼ੀਅਲ ਇਨ ਦਾ ਸਾਰਕੋਲੀਮਾ ਇਹਨੇ ਇੱਕ ਐਕਟੀਵੇਸ਼ਨ ਸਟਾਰਟ ਕਰ ਦੇਣੀ ਆ ਕਿਹਦੇ ਵਿੱਚ ਸਾਰਕੋਲੀਮਾ ਦੇ ਵਿੱਚ ਸਾਰਕੋਲੀਮਾ ਕੀ ਆ ਕਵਰਿੰਗ ਆਫ ਦੀ ਮਸਲ ਫਾਈਬਰ ਜਦੋਂ ਇਹਦੀ ਐਕਟੀਵੇਸ਼ਨ ਹੋ ਗਈ ਇਹਨੇ ਫਿਰ ਕੀ ਅੱਗੇ ਕਰਨਾ ਦਿਸ ਸਪਰੈਡਸ ਥਰੂ ਦਾ ਮਸਲ ਫਾਈਬਰ ਇਹ ਸਾਰੀ ਦੀ ਸਾਰੀ ਐਕਟੀਵੇਸ਼ਨ ਕਿਹਦੇ ਵਿੱਚ ਚੱਲ ਜਾਣੀ ਆ ਮਸਲ ਫਾਈਬਰ ਦੇ ਵਿੱਚ ਕਿਉਂਕਿ ਸਾਰਕੋਲੀਮਾ ਕੀ ਆ ਮਸਲ ਫਾਈਬਰ ਦੀ ਕਵਰਿੰਗ ਆ ਐਂਡ ਕਾਜ਼ ਦਾ ਰਿਲੀਜ਼ ਆਫ ਕੈਲਸ਼ੀਅਮ ਆਇਨ ਜਦੋਂ ਮਸਲ ਫਾਈਬਰ ਦੀ ਐਕਟੀਵੇਸ਼ਨ ਹੋ ਗਈ ਉੱਥੇ ਕੀ ਹੋਣਾ ਫਿਰ ਕੈਲਸ਼ੀਅਮ ਆਇਨ ਰਿਲੀਜ਼ ਹੋਣਗੇ ਕਿਹਦੇ ਵਿੱਚ ਰਿਲੀਜ਼ ਹੋਣਗੇ ਸਾਰਕੋਪਲਾਜ਼ਮ ਦੇ ਵਿੱਚ ਸਾਰਕੋਪਲਾਜ਼ਮ ਕੀ ਆ ਸਾਰਕੋਲੀਮਾ ਦੇ ਅੰਦਰ ਪਿਆ ਆ ਇਨਕਰੀਜ਼ ਇਨ ਦਾ ਕੈਲਸ਼ੀਅਮ ਆਇਨ ਲੈਵਲ ਜਿਵੇਂ ਕੈਲਸ਼ੀਅਮ ਆਇਨ ਦਾ ਲੈਵਲ ਇਨਕਰੀਜ਼ ਕਰੂਗਾ ਇਹ ਕੀ ਕਰੂਗਾ ਲੀਡਸ ਟੂ ਦਾ ਬਾਈਂਡਿੰਗ ਆਫ ਕੈਲਸ਼ੀਅਮ ਵਿਦ ਦਾ ਸਬ ਯੂਨਿਟ ਆਫ ਟ੍ਰੋਪੋਨਿਨ ਇਹ ਕੈਲਸ਼ੀਅਮ ਆਇਨਸ ਨੇ ਸਬ ਯੂਨਿਟ ਆਫ ਟ੍ਰੋਪੋਨਿਨ ਦੇ ਜੋ ਸਬ ਯੂਨਿਟਸ ਨੇ ਉਹਦੇ ਉੱਪਰ ਜਾ ਕੇ ਜੁੜ ਜਾਣਾ ਆ ਔਨ ਦਾ actin filaments and thereby remove the masking of active sites for myosin like this diagram troponin आके जुड़ गए देखो एक्टिन फिलामेंट्स ਦੇ ਉੱਤੇ ਇਹ ਟ੍ਰੋਪੋਨਿਨਸ ਨੇ ਜਿਵੇਂ ਕੈਲਸ਼ੀਅਮ ਆਇਨ ਦਾ ਲੈਵਲ ਵਧੀ ਗਿਆ ਇਹ ਟ੍ਰੋਪੋਨਾਈਨਸ ਨੇ ਇੱਥੋਂ ਰਿਮੂਵ ਹੋ ਜਾਣਾ ਇਹ ਟ੍ਰੋਪੋਨਿਨ ਨੇ ਕਰਿਆ ਕੀ ਹੋਇਆ ਆ ਐਕਟਿਵ ਸਾਈਟ ਨੂੰ ਐਕਟਿਨ ਦੀਆਂ ਐਕਟਿਵ ਸਾਈਟ ਨੂੰ ਕਵਰ ਕੀਤਾ ਹੋਇਆ ਤਾਂ ਕਿ ਇਹਦੇ ਉੱਤੇ ਮਾਇਓਸਿਨ ਫਿਲਾਮੈਂਟ ਆ ਕੇ ਜੁੜ ਨਾ ਜਾਵੇ ਇਹ ਜਿਵੇਂ ਕੈਲਸ਼ੀਅਮ ਆਇਨ ਦਾ ਲੈਵਲ ਵਧੀ ਗਿਆ ਇਹ ਜੋ ਮਾਸਕਿੰਗ ਕੀਤੀ ਹੋਈ ਆ ਐਕਟਿਵ ਸਾਈਟਸ ਦੀ ਐਕਟਿਨ ਫਿਲਾਮੈਂਟਸ ਦੇ ਉੱਪਰ ਇਹਨੇ ਰਿਮੂਵ ਹੋ ਜਾਣਾ ਉਹਦੇ ਉੱਪਰ ਫਿਰ ਆ ਕੇ ਕੀ ਜੁੜ ਜਾਊਗੀ ਮਾਇਓਸਿਨ ਦਾ ਹੈਡ ਆ ਕੇ ਜੁੜ ਜਾਊਗਾ ਦੈਨ ਅੱਗੇ ਕੀ ਹੋਊਗਾ increase in the calcium ion level leading to the binding of calcium with the subunit of troponin on actin filaments and thereby remove the masking of active site for myosin. Utilizing the energy from ATP hydrolysis, the myosin head now binds to the exposed active sites on actin to form a cross bridge. ਜਿੱਦਾਂ ਹੁਣ ਡਾਇਗਰਾਮ ਦੇ ਵਿੱਚ ਦਿੱਤਾ ਹੋਇਆ ਦੇਖੋ ਐਕਟਿਨ ਫਿਲਾਮੈਂਟ ਆ ਮਾਇਓਸਿਨ ਫਿਲਾਮੈਂਟ ਦਿੱਤੀ ਹੋਈ ਆ ਆ ਮਾਇਓਸਿਨ ਫਿਲਾਮੈਂਟ ਦਾ ਹੈਡ ਦਿਖਾਇਆ ਗਿਆ ADP ਪਲੱਸ ਫੋਸਫੇਟ ਠੀਕ ਹੈ ਜੀ ਹੁਣ ਸੈਕਿੰਡ ਡਾਇਗਰਾਮ 'ਚ ਦੇਖੋ ਜਦੋਂ ਮਾਸਕਿੰਗ ਰਿਮੂਵ ਹੋ ਗਈ ਟ੍ਰੋਪੋਨਿਨ ਉੱਪਰੋਂ ਹਟ ਗਿਆ ਇਹਨੇ ਕੀ ਕਰਨਾ ਮਾਇਓਸਿਨ ਦੇ ਹੈਡ ਨੇ ਉੱਪਰ
ਐਕਟਿਨ ਫਿਲਾਮੈਂਟ ਦੀ ਐਕਟਿਵ ਸਾਈਟ ਦੇ ਵਿੱਚ ਜੁੜ ਗਿਆ, ਇਹਨੇ ਕ੍ਰੋਸ ਬ੍ਰਿਜ ਬਣਾਤਾ, ਫਾਰਮੇਸ਼ਨ ਆਫ ਕ੍ਰੋਸ ਬ੍ਰਿਜ। ਨੈਕਸਟ ਫਿਰ ਕੀ ਹੁੰਦਾ ਆ, ਕ੍ਰੋਸ ਬ੍ਰਿਜ ਕੀ ਕਰਦਾ, ਸਲਾਈਡਿੰਗ ਰੋਟੇਸ਼ਨ ਹੁੰਦੀ ਹੈ ਇਹਦੀ। ਮੀਨਸ ਜਦੋਂ ਮਸਲ ਫਾਈਬਰ ਕੰਟਰੈਕਟ ਕਰਦੀਆਂ ਨੇ, ਠੀਕ ਹੈ ਜੀ, ਮਸਲ ਫਾਈਬਰਸ ਨੇ ਕੰਟਰੈਕਟ ਜਦੋਂ ਕਰਨਾ ਆ, ਉੱਥੇ ਕੀ ਹੋਣਾ, ਫਿਰ ਜੈਡ ਲਾਈਨਸ ਨੇ ਜਿਹੜੀਆਂ, ਜਦੋਂ ਮਸਲ ਕੰਟਰੈਕਟ ਕਰੂਗਾ ਇਹ ਜੈਡ ਲਾਈਨਸ ਅੰਦਰ ਨੂੰ ਕੰਟਰੈਕਟ ਹੋਣਗੀਆਂ। ਦੇਖੋ ਆਹ ਡਾਇਗਰਾਮ ਦੇ ਵਿੱਚ ਦਿਖਾਇਆ ਗਿਆ, ਆਹ ਜੈਡ ਲਾਈਨ, ਏ ਬੈਂਡ, ਆਈ ਬੈਂਡ, ਐਚ ਜ਼ੋਨ, ਰਿਲੈਕਸਡ ਸਟੇਟ ਆ ਜੈਡ ਲਾਈਨ। ਹੁਣ ਕੰਟਰੈਕਟਿੰਗ ਸਟੇਜ ਆ, ਮਸਲ ਨੇ ਕੰਟਰੈਕਟ ਕੀਤਾ, ਆਹ ਦੇਖੋ ਪੋਰਸ਼ਨ ਆ ਜੋ ਆਹ ਵਾਲਾ ਪੋਰਸ਼ਨ, ਇੱਥੇ ਦੇਖੋ ਗੈਪ ਇੱਥੇ ਬਹੁਤ ਜ਼ਿਆਦਾ ਘਟ ਗਿਆ। ਮੀਨਸ ਇਹ ਵਾਲਾ ਪਾਰਟ ਆ ਜਿਹੜਾ, ਇਹ ਕੀ ਆ, ਇਹ ਕੰਟਰੈਕਟ ਹੁੰਦਾ ਆ। ਆਹ ਵਾਲਾ ਜੋ ਪਾਰਟ ਆ ਸਾਰਕੋਮੀਅਰ, ਇਹ ਉੱਦਾਂ ਹੀ ਰਹਿੰਦਾ। ਜਦੋਂ ਮਸਲ ਦੀ ਕੰਟਰੈਕਸ਼ਨ ਹੋਣੀ ਆ, ਸਾਰਕੋਮੀਅਰ ਕੰਟਰੈਕਟ ਨਹੀਂ ਕਰਦਾ, ਜੋ ਜੈਡ ਲਾਈਨਸ ਨੇ ਇਹ ਕੰਟਰੈਕਟ ਕਰਦੀਆਂ ਨੇ। ਇਹਨਾਂ ਦਾ ਜੋ ਗੈਪ ਆ ਉਹ ਦੇਖੋ ਉੱਪਰ ਜ਼ਿਆਦਾ ਸੀਗਾ, ਉਰੇ ਕੀ ਆ ਬਹੁਤ ਘਟ ਗਿਆ। ਇਹ ਕੀ ਹੋ ਗਈ, ਕੰਟਰੈਕਸ਼ਨ ਹੋ ਗਈ, ਮਸਲ ਦੀ ਕੰਟਰੈਕਸ਼ਨ ਹੋ ਗਈ। ਹੁਣ ਨੈਕਸਟ ਡਾਇਗਰਾਮ 'ਚ ਦੇਖੋ, ਮੈਕਸੀਮਲੀ ਕੰਟਰੈਕਟਡ ਲਿਖਿਆ ਹੋਇਆ, ਬਿਲਕੁਲ ਆਪਸ ਦੇ ਵਿੱਚ ਜਾ ਕੇ ਜੁੜ ਗਏ ਨੇ। ਇਟ ਮੀਨਸ ਮਸਲ ਬਹੁਤ ਜ਼ਿਆਦਾ ਕੰਟਰੈਕਟ ਹੋ ਗਿਆ। ਆ ਦੋਨੋਂ ਸਾਰਕੋਮੀਅਰ ਦੀ ਜੋ ਸਾਈਜ਼ ਆ ਉਹ ਬਿਲਕੁਲ ਓਨਾ ਹੀ ਆ ਸਾਰੀਆਂ, ਠੀਕ ਹੈ ਜੀ। ਮੀਨਸ ਜਦੋਂ ਮਸਲ ਦੀ ਕੰਟਰੈਕਸ਼ਨ ਹੋਣੀ ਆ, ਜੋ ਜੈਡ ਲਾਈਨ ਆ ਇਹਦੇ ਵਾਲਾ ਰੀਜਨ ਕੀ ਆ, ਇਹ ਘਟ ਜਾਂਦਾ ਆ। ਫਿਰ ਦੈਨ ਕੀ ਹੁੰਦਾ ਆ, ਨੈਕਸਟ ਦੇਖੋ ਇਹਦੇ ਵਿੱਚ, ਦਿਸ ਪੁਲਸ ਦਾ ਅਟੈਚਡ ਐਕਟਿਨ ਫਿਲਾਮੈਂਟਸ ਟੂਵਰਡ ਦਾ ਸੈਂਟਰ ਆਫ ਏ ਬੈਂਡ, ਜੋ ਆਪਾਂ ਪੜ੍ਹਿਆ। The jet line attached to these actins are pulled inwards, jet lines अंदर ਨੂੰ ਆ ਗਈਆਂ, and thereby causing a shortening of the sarcomere, sarcomere short ਹੋ ਗਿਆ, that is ਇਹਨੂੰ ਕੀ ਕਹਿੰਦੇ ਨੇ, contraction ਕਹਿੰਦੇ ਨੇ। it is clear from the above step that shortening of the muscle। ਹੁਣ ਜਦੋਂ jet lines contract ਕਰ ਗਈਆਂ, ਠੀਕ ਹੈ ਜੀ, ਉਹਦੇ ਨਾਲ ਕੀ ਹੋ ਗਿਆ, ਮਸਲ contract ਕਰ ਗਿਆ, that is shortening of muscle। ਉਹਨੂੰ ਆਪਾਂ ਕੀ ਕਹਾਂਗੇ, ਮਸਲ ਦੀ shortening ਨੂੰ contraction ਹੋ ਗਈ। the I band, the I band get reduce, ਉਹਦਾ ਸਾਈਜ਼ ਘਟਿਆ, whereas the A band retains the length, whereas A band retains the length, the myosin releasing the ATP and P1 goes back to its relaxed state. A new ATP binds and the cross bridge is broken. The ATP is again hydrolyzed by the myosin head and the cycle of the cross bridge formation। ਹੁਣ ਦੇਖੋ ਇੱਥੇ ਇਹਨਾਂ ਨੇ ਕੀ ਦਿਖਾਇਆ, ਆਹ ਵਾਲੀ ਡਾਇਗਰਾਮ ਦੇਖੋ, ਸਲਾਈਡਿੰਗ ਓਬਲੀਕ ਰੋਟੇਸ਼ਨ ਹੋਈ ਆ, ਠੀਕ ਹੈ ਜੀ, ਸਲਾਈਡਿੰਗ ਓਬਲੀਕ ਰੋਟੇਸ਼ਨ। ਇਹਦਾ ਮਤਲਬ ਕੀ ਆ, ਦਾ ਮਾਇਓਸਿਨ ਰਿਲੀਜ਼ਿੰਗ, ਦਾ ਮਾਇਓਸਿਨ ਨੇ ਕੀ ਰਿਲੀਜ਼ ਕੀਤਾ, ADP ਪਲੱਸ ਇਨਆਰਗੈਨਿਕ ਫਾਸਫੇਟ ਗੋਜ਼ ਬੈਕ ਟੂ ਇਟਸ ਰਿਲੈਕਸਡ ਸਟੇਟ। ਹੁਣ ਉਹ ਰਿਲੈਕਸਡ ਸਟੇਟ 'ਤੇ ਆਊਗਾ। ਆ ਨਿਊ ATP ਬਾਈਂਡਸ ਦਾ ਕ੍ਰੋਸ ਬ੍ਰਿਜ ਇਜ਼ ਬ੍ਰੋਕਨ। ਦੇਖੋ ਉੱਪਰ ਦਿਖਾਤਾ ਇਹਨਾਂ ਨੇ, ਕ੍ਰੋਸ ਬ੍ਰਿਜ ਕੀ ਹੋ ਗਿਆ, ਬ੍ਰੋਕਨ ਕਰ ਗਿਆ। ਇਹ ਕ੍ਰੋਸ ਬ੍ਰਿਜ ਜਦੋਂ ਬ੍ਰੋਕ ਕਰ ਗਿਆ, ਦੋਨੇ ਫਿਲਾਮੈਂਟਸ ਕੀ ਹੋ ਗਏ, ਆਪਸ ਦੇ ਵਿੱਚੋਂ ਅਨਲਿੰਕਡ ਹੋ ਗਏ। ਉੱਪਰ ਵਾਲਾ ਅਲੱਗ ਹੋ ਗਿਆ, ਨੀਚੇ ਵਾਲਾ ਅਲੱਗ ਹੋ ਗਿਆ। ਅਤੇ ਜੋ ਅੱਗੇ ਤੋਂ ਅੱਗੇ ਸਟੈਪ ਆ, ਇਹਨੇ ਫਿਰ ਕੰਟੀਨਿਊਸਲੀ ਚੱਲਦਾ ਰਹਿਣਾ। ਨਵਾਂ ATP ਹਾਈਡਰੋਲਾਈਜ਼ ਹੋਊਗਾ, ਦੈਨ ਅਗੇਨ ਕ੍ਰੋਸ ਬ੍ਰਿਜ ਬਣੂਗਾ, ਦੈਨ ਫਿਰ ਸਲਾਈਡਿੰਗ ਰੋਟੇਸ਼ਨ ਹੋਊਗੀ, ਕ੍ਰੋਸ ਬ੍ਰਿਜ ਫਿਰ ਬ੍ਰੇਕ ਕਰੂਗਾ, ਅੱਗੇ ਤੋਂ ਅੱਗੇ ਇਹ ਸਟੈਪ ਚੱਲਦਾ ਰਹਿੰਦਾ ਆ। ਇਹ ਸਾਰੇ ਦਾ ਸਾਰਾ ਕੀ ਆ, ਮੈਕੈਨਿਜ਼ਮ ਆਫ ਮਸਲ ਕੰਟਰੈਕਸ਼ਨ ਆ। ਦੈਨ ਇੱਕ ਇਹਦੇ ਵਿੱਚ ਹੋਰ ਇੰਪੋਰਟੈਂਟ ਪੁਆਇੰਟ ਆ, ਦ ਪ੍ਰੋਸੈਸ ਕੰਟੀਨਿਊਸ ਟਿਲ ਦ ਕੈਲਸ਼ੀਅਮ ਆਇਨਸ ਆਰ ਪੰਪਡ ਬੈਕ ਟੂ ਦ ਸਾਰਕੋਪਲਾਜ਼ਮਿਕ ਸਿਸਟਰਨੀ ਰਿਜ਼ਲਟਿੰਗ ਇਨ ਦ ਮਾਸਕਿੰਗ ਆਫ ਦ ਐਕਟਿਨ ਫਿਲਾਮੈਂਟਸ। ਕੀ ਹੋਣਾ ਆ ਹੁਣ, ਦਾ ਪ੍ਰੋਸੈਸ ਕੰਟੀਨਿਊਸ, ਇਹ ਜਿਹੜੀ ਪ੍ਰੋਸੈਸ ਆ ਇਹ ਕੰਟੀਨਿਊਸ ਕਰਦੀ ਆ। ਕਦੋਂ ਤੱਕ, ਜਦੋਂ ਤੱਕ ਕੈਲਸ਼ੀਅਮ ਆਇਨਸ ਪੰਪਡ ਬੈਕ ਟੂ ਦਾ ਸਾਈਟੋਪਲਾਜ਼ਮਿਕ ਸਿਸਟਰਨੀ ਦੇ ਵਿੱਚ ਕੈਲਸ਼ੀਅਮ ਆਇਨ ਦੁਬਾਰਾ ਨਾ ਚਲੇ ਜਾਣ। ਕੈਲਸ਼ੀਅਮ ਆਇਨ ਸਾਈਟੋਪਲਾਜ਼ਮਿਕ ਸਿਸਟਰਨੀ ਦੇ ਵਿੱਚ ਜਾਣਗੇ, ਐਕਟਿਨ ਫਿਲਾਮੈਂਟਸ ਨੇ ਜਿਹੜੀ ਉਹਨਾਂ ਦੀ ਫੇਰ ਮਾਸਕਿੰਗ ਹੋ ਜੂਗੀ, ਮੀਨਸ ਉਹ ਫੇਰ ਕਵਰ ਹੋ ਜਾਣਗੀਆਂ। ਉੱਥੇ ਉਹਨਾਂ ਦੀ ਜੋ ਐਕਟਿਵ ਸਾਈਟ ਆ ਉਹ ਕਵਰ ਹੋ ਜੂ, ਉੱਥੇ ਮਾਇਓਸਿਨ ਫਿਲਾਮੈਂਟ ਆ ਕੇ ਨਹੀਂ ਜੁੜਨਗੀਆਂ। ਦਿਸ ਕੌਜ਼ ਦਾ ਰਿਟਰਨ ਆਫ ਜੈਡ ਲਾਈਨਸ ਟੂ ਇਟਸ ਦੀ ਓਰੀਜਨਲ ਪੋਜੀਸ਼ਨ। ਹੁਣ ਜੈਡ ਲਾਈਨਸ ਦੇਖੋ ਇੱਥੇ ਕੰਟਰੈਕਟ ਹੋ ਗਈਆਂ, ਠੀਕ ਹੈ ਜੀ। ਇਹ ਤਾਂ ਕੰਟਰੈਕਟ ਹੋਈਆਂ ਨੇ ਕਿਉਂਕਿ ਕੈਲਸ਼ੀਅਮ ਆਇਨਸ ਰਿਲੀਜ਼ ਹੋ ਗਏ ਸੀਗੇ। ਉਹ ਕੈਲਸ਼ੀਅਮ ਆਇਨ ਨੇ ਐਕਟਿਵ ਸਾਈਟਸ ਨੂੰ ਓਪਨ ਕਰਤਾ ਸੀ, ਉੱਥੇ ਮਾਇਓਸਿਨ ਫਿਲਾਮੈਂਟ ਆ ਕੇ ਜੁੜ ਗਈ ਸੀ। ਹੁਣ ਕੈਲਸ਼ੀਅਮ ਆਇਨ ਦਾ ਰਿਲੀਜ਼ ਹੋਣਾ ਬੰਦ ਹੋ ਗਿਆ। ਜੋ ਐਕਟਿਵ ਸਾਈਟ ਸੀਗੀਆਂ, ਆ ਡਾਇਗਰਾਮ ਦੇ ਵਿੱਚ ਦੇਖੋ, ਐਕਟਿਵ ਸਾਈਟ ਸੀਗੀਆਂ, ਠੀਕ ਹੈ ਜੀ,
ਐਕਟਿਨ ਫਿਲਾਮੈਂਟ ਦੇ ਉੱਤੇ ਇਹ ਫੇਰ ਕਵਰ ਹੋ ਜਾਣਗੀਆਂ, ਇਹ ਕਵਰ ਹੋ ਗਈਆਂ, ਉਹਦੇ ਉੱਪਰ ਮਾਇਓਸਿਨ ਫਿਲਾਮੈਂਟ ਜਾ ਕੇ ਨਹੀਂ ਜੁੜੂਗਾ। ਹੁਣ ਮਸਲ ਦੀ ਦੁਬਾਰਾ ਫੇਰ ਕੀ ਆ ਜੂਗੀ, ਰਿਲੈਕਸ ਸਟੇਟ ਆ ਜੂਗੀ।